ਉਹ ਬੀਬੀ ਵੀਰਪਾਲ ਕੌਰ ਹੈ ਜਿਹੜੀ ਆ ਇੱਕ 2007 ਦੇ ਵਿੱਚ ਜਦੋਂ ਉਹ ਪੁਸ਼ਾਕ ਵਾਲਾ ਇਨਸੀਡੈਂਟ ਹੋਇਆ, ਪਰਚਾ ਦਰਜ ਕੀਤਾ ਗਿਆ ਬਠਿੰਡੇ ਤੇ ਡੇਰੇ ਦੇ ਜਿਹੜੇ ਸਮਰਥਕ ਸੀ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਪਰਚਾ ਦਰਜ ਕੀਤਾ ਸੀ, ਉਸ ਪਰਚੇ ਤੋਂ ਇੰਨੇ ਕੁ ਖਵਾ ਖੂਨ ਹੋਏ ਕਿ ਹਿਊਮਨ ਬੰਬ ਬਣਨ ਦੀ ਪਲੈਨਿੰਗ ਕੀਤੀ ਗਈ 5 ਬੀਬੀਆਂ ਵੱਲੋਂ। ਤੇ ਟਾਰਗੇਟ ਕੌਣ ਸੀ? ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦਾ ਪਰਿਵਾਰ। ਉਹਨਾਂ 5 ਬੀਬੀਆਂ 'ਚ ਇਹ ਵੀਰਪਾਲ ਕੌਰ ਬੀਬੀ ਉਸ ਵੇਲੇ ਸ਼ਾਮਲ ਸੀ। ਪਰਚਾ ਦਰਜ ਹੋਇਆ ਤੇ ਇਸ ਬੀਬੀ ਦੇ ਸਮਰਥਨ ਤੇ ਕੌਣ ਆਇਆ? ਕਾਂਗਰਸ ਪਾਰਟੀ, ਜਾਖੜ, ਡੇਰੇ ਸੱਚੇ ਸੌਦੇ ਵਾਲੇ ਬਾਬੇ ਦਾ ਕੁੜਮ ਜੱਸੀ 2017 ਦੇ ਵਿੱਚ ਡੇਰੇ ਤੇ ਜਾ ਕੇ ਹੱਥ ਜੋੜ ਕੇ ਖੜੇ ਆ। ਮੈਂ ਢੀਂਡਸਾ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਪਰਮਿੰਦਰ ਸਿੰਘ ਢੀਂਡਸਾ ਨੂੰ ਕਿਉਂ ਨਹੀਂ ਰੋਕਿਆ ਸੀ ਉਦੋਂ ਡੇਰੇ ਤੇ ਜਾਣ ਤੋਂ? ਪਰਮਿੰਦਰ ਸਿੰਘ ਢੀਂਡਸਾ ਕੰਟੀਨਿਊ ਕਰਦਾ ਵਜ਼ਾਰਤ ਦੇ ਵਿੱਚ ਕਿ 2016 ਦੇ ਵਿੱਚ ਢੀਂਡਸਾ ਸਾਹਿਬ ਸ਼੍ਰੋਮਣੀ ਅਕਾਲੀ ਦਲ ਤੋਂ ਰਾਜ ਸਭਾ ਦੀ ਸੀਟ ਵੀ ਲੈ ਲੈਂਦੇ ਆ ਮਾਰਚ 2016। ਕਿਉਂ ਬਈ? ਇਹ ਦੋਹਰੇ ਮਾਪਦੰਡ ਕਿਉਂ ਹੈ? 2007 ਦੇ ਵਿੱਚ ਪੁਸ਼ਾਕ ਵਾਲੀ ਘਟਨਾ ਹੁੰਦੀ ਹੈ ਤੇ ਢੀਂਡਸਾ ਸਾਹਿਬ ਐਜ਼ ਯੂਜੂਅਲ ਲੋਕ ਸਭਾ ਦੇ ਇਲੈਕਸ਼ਨ 2009 ਚ ਹਾਰ ਜਾਂਦੇ, 2010 ਚ ਫੇਰ ਰਾਜ ਸਭਾ ਲੈਂਦੇ ਆ, 14 ਦੇ ਵਿੱਚ ਫੇਰ ਹਾਰਦੇ ਆ, 15 ਦੇ ਵਿੱਚ ਦੁਖਦਾਈ ਘਟਨਾ ਬੇਅਦਬੀ ਦੀ ਹੁੰਦੀ ਹੈ, 16 ਦੇ ਵਿੱਚ ਫੇਰ ਲੈ ਲੈਂਦੇ ਆ ਰਾਜ ਸਭਾ। ਕਿਉਂ ਬਈ? ਕਿ ਕਾਂਗਰਸ ਦੀ ਤਾਂ ਪੁਰਾਣੀ ਹਿਸਟਰੀ ਕੱਢ ਲਓ, ਸਿੱਖ ਕੌਮ ਦੇ ਵਿੱਚੋਂ ਬੰਦੇ ਪਾੜ ਕੇ ਇਹਨਾਂ ਨੇ ਰਾਜਨੀਤੀ ਕੀਤੀ ਆ, ਉਹੀ ਕੰਮ ਅੱਜ ਚੱਲ ਰਿਹਾ। ਅਕਾਲੀ ਦਲ ਦਾ ਇੱਕ ਅੱਧਾ ਆਗੂ ਹੋਰ ਹੋਣਾ ਉੱਥੇ, ਮੋਸਟ ਆਫ them ਜਿਹੜੇ ਅਕਾਲੀ ਦਲ ਦੇ ਬੰਦੇ ਸੱਦੇ ਗਏ ਸੀ ਉਹ ਸੈਕੰਡ ਕੈਟਾਗਰੀ ਸੀ, ਜਿਨ੍ਹਾਂ ਨੇ ਵੋਟਾਂ ਮੰਗਦਿਆਂ ਸਾਰਿਆਂ ਨੂੰ ਕੀਤੀ। ਫਿਰ ਵੀ ਉਹਨਾਂ ਆਗੂਆਂ ਨੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਸਜ਼ਾ ਸੁਣ ਕੇ ਉਹਨੂੰ ਸੇਵਾ ਮੰਨਦਿਆਂ ਹੋਇਆਂ ਆਪਣੀ ਸੇਵਾ ਪੂਰੀ ਕੀਤੀ। ਕੈਪਟਨ ਸਾਹਿਬ ਦਾ ਹੈਲੀਕਾਪਟਰ ਉਤਰੇ ਤਾਂ ਡੇਰੇ ਤੇ ਉਤਰੇ, ਜਾਖੜ ਸਾਹਿਬ ਡੇਰੇ ਵਾਲੇ ਬਾਬੇ ਦੇ ਮੂਹਰੇ ਹੱਥ ਜੋੜ ਕੇ ਖੜੇ ਹੋਣ, ਆ ਮਨਪ੍ਰੀਤ ਸਿੰਘ ਬਾਦਲ ਇਹਨਾਂ ਦੇ ਖਜ਼ਾਨਾ ਮੰਤਰੀ ਸਾਹਿਬ ਇਹ ਡੇਰੇ ਵਾਲੇ ਦੇ ਮੂਹਰੇ ਖੜੇ ਹੋਣ, ਨਵਜੋਤ ਸਿੰਘ ਸਿੱਧੂ ਇਹ ਡੇਰੇ ਵਾਲੇ ਕੋਲੇ ਜਾਂਦੇ, ਆ ਸਾਰੇ ਜਾਣੇ ਮੈਂ ਤੁਹਾਨੂੰ ਦੱਸਾਂ, ਬੀਬੀ ਭੱਠਲ, ਮਨਪ੍ਰੀਤ ਸਿੰਘ ਬਾਦਲ, ਕੇਵਲ ਢਿੱਲੋਂ ਪੀਪੀਸੀਸੀ ਦੇ ਵਾਈਸ ਪ੍ਰੈਜ਼ੀਡੈਂਟ, ਧਰਮਸੋਤ, ਦਰਸ਼ਨ ਸਿੰਘ ਬਰਾੜ, ਰਾਜਾ ਵਿੜੰਗ, ਕਰਨ ਬਰਾੜ, ਰਣਦੀਪ ਨਾਭਾ, ਮੋਫਰ, ਕਿਹਦੇ ਮੈਂ ਨਾਂ ਲਵਾਂ। ਅੱਜ ਇੱਕ ਨਵੀਂ ਤਰ੍ਹਾਂ ਦੀ ਜਿਹੜੀ ਸਥਿਤੀ ਤੁਸੀਂ ਸਾਰੇ ਦੇਖ ਰਹੇ ਹੋ ਪਿਛਲੇ ਕੁਝ ਦਿਨਾਂ ਤੋਂ ਆਪਣੇ ਸੂਬੇ ਦੇ ਵਿੱਚ, ਇੱਕ ਜਿਹੜੀ ਅਲਾਈਅੰਸ ਦੀ ਇੱਕ ਰਾਜਨੀਤੀ ਚੱਲ ਰਹੀ ਹੈ, ਗੱਠਜੋੜ ਦਾ ਸਿਸਟਮ ਚੱਲ ਰਿਹਾ ਹੈ, ਜਿਹਨੂੰ ਆਪਾਂ ਅੰਗਰੇਜ਼ੀ 'ਚ ਕਹਿ ਦਿੰਦੇ ਹਾਂ ਸਟ੍ਰੇਂਜ ਬੈਡ ਫੈਲੋਜ਼। ਕਾਂਗਰਸ ਦੇ ਹੈੱਡਕੁਆਰਟਰ ਤੋਂ ਬਿਆਨ ਤਿਆਰ ਹੁੰਦੇ ਆ, ਕਾਂਗਰਸ ਪਾਰਟੀ ਦਾ ਪ੍ਰਧਾਨ ਜਾਖੜ ਪਹਿਲਾਂ ਉਹ ਬਿਆਨ ਜਾਰੀ ਕਰਦਾ ਹੈ ਤੇ ਉਸ ਤੋਂ ਬਾਅਦ ਜਿਹੜੇ ਕਾਂਗਰਸ ਦੀਆਂ ਐਂਸਿਲਰੀ ਯੂਨਿਟਸ ਹੈ, ਕਾਂਗਰਸ ਦੀਆਂ ਫਰੰਟਲ ਆਰਗੇਨਾਈਜੇਸ਼ਨਸ ਹੈ, ਚਾਹੇ ਉਹ ਆਮ ਆਦਮੀ ਪਾਰਟੀ ਹੋਵੇ, ਚਾਹੇ ਉਹ ਨਵਾਂ ਬਣਿਆ ਕਾਂਗਰਸ ਢੀਂਡਸਾ ਦਲ ਉਹ ਹੋਵੇ, ਇਹ ਸਾਰੀਆਂ ਫਿਰ ਮੁੜ ਕੇ ਉਹਨੂੰ ਜਿਵੇਂ ਕੋਰਸ ਚੱਕਦੇ ਹੁੰਦੇ ਆ ਮਗਰੋਂ ਉਦੋਂ ਚੱਕਦੇ। ਇਸ਼ੂ ਇੱਕ ਨਵਾਂ ਖੜਾ ਕੀਤਾ ਗਿਆ, ਇੱਕ ਬੀਬੀ ਤੋਂ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇੱਕ ਪਲਾਨਡ ਮੂਵ ਕਰਾਈ ਗਈ। ਇੱਕ ਟੀਵੀ ਚੈਨਲ ਤੇ ਆ ਕੇ ਇੱਕ ਬੀਬੀ ਵੀਰਪਾਲ ਕੌਰ ਇੱਕ ਸਟੇਟਮੈਂਟ ਦਿੰਦੀ ਹੈ ਕਿ ਜਿਹੜੀ 2007 ਚ ਉਹ ਪੁਸ਼ਾਕ ਜਿਹੜੀ ਡੇਰਾ ਬਾਬਾ ਵੱਲੋਂ ਪਾਈ ਗਈ, ਉਹ ਸ਼੍ਰੋਮਣੀ ਅਕਾਲੀ ਦਲ ਤੇ ਉਹਨਾਂ ਦੀ ਲੀਡਰਸ਼ਿਪ ਨੇ ਉਹ ਪੁਸ਼ਾਕ ਉੱਥੇ ਡੇਰੇ ਤੇ ਭੇਜੀ ਸੀ। ਤੇ ਇੱਕ ਸਾਬਕਾ ਆਈਪੀਐਸ ਅਫਸਰ ਡੀਜੀਪੀ ਰਿਟਾਇਰਡ ਨੂੰ ਉਹ ਕੋਟ ਕਰਦੀ ਹੈ ਵਾਰੀ-ਵਾਰੀ, ਡਰ ਵੀ ਲੱਗਦਾ ਕਿਉਂਕਿ ਝੂਠ ਬੋਲ ਰਹੀ ਹੈ, ਮਾਨਹਾਨੀ ਤੋਂ, ਡੈਫੇਮੇਸ਼ਨ ਤੋਂ ਡਰਦੀ ਵੀ ਹੈ, ਤੇ ਇਹ ਕਹਿੰਦੀ ਹੈ ਕਿ ਇਹ ਮੈਂ ਨਹੀਂ ਕਹਿ ਰਹੀ, ਇਹ ਡੀਜੀਪੀ ਸ਼ਸ਼ੀਕਾਂਤ ਨੇ ਇਹ ਗੱਲ ਆਖੀ ਸੀ। ਸੋ ਪਹਿਲਾਂ ਤਾਂ ਮੈਂ ਉਸ ਬੀਬੀ ਦਾ ਤੁਹਾਨੂੰ ਥੋੜਾ ਜਿਹਾ ਬੈਕਗ੍ਰਾਉਂਡ ਦਿਖਾਉਣਾ ਚਾਹੂੰਗਾ, ਫਿਰ ਉਹ ਬੀਬੀ ਨੇ ਆਖਿਆ ਕੀ ਤੇ ਸ਼ਸ਼ੀਕਾਂਤ ਜੀ ਦਾ ਕੀ ਜਵਾਬ ਆਇਆ ਉਹਦੇ। ਉਹ ਬੀਬੀ ਵੀਰਪਾਲ ਕੌਰ ਹੈ ਜਿਹੜੀ,
ਆ ਇੱਕ 2007 ਦੇ ਵਿੱਚ ਜਦੋਂ ਉਹ ਪੁਸ਼ਾਕ ਵਾਲਾ ਇਨਸੀਡੈਂਟ ਹੋਇਆ, ਪਰਚਾ ਦਰਜ ਕੀਤਾ ਗਿਆ ਬਠਿੰਡੇ, ਤੇ ਡੇਰੇ ਦੇ ਜਿਹੜੇ ਸਮਰਥਕ ਸੀ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਨੇ ਪਰਚਾ ਦਰਜ ਕੀਤਾ ਸੀ, ਉਸ ਪਰਚੇ ਤੋਂ ਇੰਨੇ ਕੁ ਖਵਾ ਖੂਨ ਹੋਏ ਕਿ ਹਿਊਮਨ ਬੰਬ ਬਣਨ ਦੀ ਪਲੈਨਿੰਗ ਕੀਤੀ ਗਈ 5 ਬੀਬੀਆਂ ਵੱਲੋਂ। ਤੇ ਟਾਰਗੇਟ ਕੌਣ ਸੀ? ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦਾ ਪਰਿਵਾਰ। ਉਹਨਾਂ 5 ਬੀਬੀਆਂ 'ਚ ਇਹ ਵੀਰਪਾਲ ਕੌਰ ਬੀਬੀ ਉਸ ਵੇਲੇ ਸ਼ਾਮਲ ਸੀ। ਪਰਚਾ ਦਰਜ ਹੋਇਆ ਤੇ ਇਸ ਬੀਬੀ ਦੇ ਸਮਰਥਨ ਤੇ ਕੌਣ ਆਇਆ? ਕਾਂਗਰਸ ਪਾਰਟੀ। ਜਾਖੜ, ਡੇਰੇ ਸੱਚੇ ਸੌਦੇ ਵਾਲੇ ਬਾਬੇ ਦਾ ਕੁੜਮ, ਜੱਸੀ, ਸਮੁੱਚੀ ਕਾਂਗਰਸ ਇਸ ਬੀਬੀ ਦੇ ਸਮਰਥਨ ਤੇ ਆ ਉਤਰੀ। ਉਦੋਂ ਇਹਨਾਂ ਨੇ ਇੱਕ ਹਿਊਮਨ ਬੰਬ ਬਣਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਸੀ, ਅੱਜ ਉਸ ਹਿਊਮਨ ਬੰਬ ਨੂੰ ਇੱਕ ਪੋਲੀਟੀਕਲ ਬੰਬ ਬਣਾ ਕੇ ਅਕਾਲੀ ਦਲ ਤੇ ਇਹਨਾਂ ਨੇ ਡੇਗਣ ਦੀ ਫੇਰ ਸਾਜ਼ਿਸ਼ ਕੀਤੀ। ਤੇ ਅੱਜ ਉਹ ਸਾਜ਼ਿਸ਼ ਕੌਣ ਸ਼ਾਮਲ ਹੈ? ਫਿਰ ਉਹੀ ਕਾਂਗਰਸ ਪਾਰਟੀ ਤੇ ਇਹਨਾਂ ਦੇ ਜਿਹੜੇ ਨਵੇਂ ਸਾਥੀ, ਜਿਹੜੇ ਨਵੇਂ ਇਹਨਾਂ ਦੇ ਫਰੰਟਲ ਆਰਗੇਨਾਈਜੇਸ਼ਨਸ, ਢੀਂਡਸਾ ਸਾਹਿਬ, ਆਮ ਆਦਮੀ ਪਾਰਟੀ, ਤੇ ਇਹ ਸਾਰੇ ਉਹਦੇ ਵਿੱਚ ਸ਼ਾਮਲ ਹੈ। ਤੁਸੀਂ ਸੀਕੁਐਂਸ ਆਫ ਇਵੈਂਟਸ ਦੇਖੋ, ਤੁਹਾਨੂੰ ਸਾਰੀ ਗੱਲ ਸਾਹਮਣੇ ਕਲੀਅਰ ਆ ਜਾਊਗੀ। ਡੇਰੇ ਦੇ ਬੰਦੇ ਕਾਂਗਰਸ ਉੱਥੇ ਪ੍ਰੈਸ ਕਲੱਬ 'ਚ ਜਾ ਕੇ ਇੱਕ ਪੀਸੀ ਕਰਦੇ ਆ, ਜਿੱਥੇ ਇਹ ਕਹਿੰਦੇ ਆ ਕਿ ਅਸੀਂ 2017 'ਚ ਅਕਾਲੀ ਦਲ ਦੀ ਮਦਦ ਕੀਤੀ। ਉਸ ਤੋਂ ਬਾਅਦ 2 ਘੰਟਿਆਂ ਬਾਅਦ ਸੇਮ ਡੇ ਇਹ ਬੀਬੀ ਉਸ ਚੈਨਲ ਤੇ ਚਲੀ ਜਾਂਦੀ ਹੈ ਤੇ ਜੋ ਕੁਛ ਇਸ ਬੀਬੀ ਨੇ ਕਿਹਾ ਉਹ ਵੀ ਤੁਸੀਂ ਸਾਰਿਆਂ ਨੇ ਸੁਣਿਆ। ਉਸ ਤੋਂ ਅਗਲੇ ਦਿਨ ਜਾਖੜ ਤੇ ਸੁੱਖੀ ਰੰਧਾਵਾ ਪ੍ਰੈਸ ਕਾਨਫਰੰਸ ਕਰਦੇ ਇਸੇ ਮਸਲੇ ਨੂੰ ਲੈ ਕੇ, ਤੇ ਗੇਂਦ ਡਿੱਗਣ ਨਹੀਂ ਦਿੰਦੇ, ਨਾਲ ਦੀ ਨਾਲ ਢੀਂਡਸਾ ਸਾਹਿਬ ਚੱਕ ਲੈਂਦੇ। ਸੀਕੁਐਂਸ, ਕੋਆਰਡੀਨੇਸ਼ਨ, ਆਪਾਂ ਸਾਰੇ ਆਰਕੈਸਟਰਾ ਵੇਨੇ ਆ, ਜਿੰਨੀ ਉਸ ਆਰਕੈਸਟਰਾ 'ਚ ਸਿੰਕਰੋਨਾਈਜੇਸ਼ਨ ਨਹੀਂ ਹੁੰਦੀ ਜਿੰਨੀ ਅੱਜ ਕੱਲ ਇਹਨਾਂ ਦੀ ਆਪਸ 'ਚ ਚੱਲ ਰਹੀ ਹੈ। ਸੋ ਸ਼ਸ਼ੀ ਕਾਂਤ ਦੀ ਜਿਹੜਾ ਬਿਆਨ ਸੀ, ਉਸੇ ਵੇਲੇ ਨਿਊਜ਼ 18 ਤੇ ਜਦੋਂ ਇਹ ਚੱਲਿਆ ਤੇ ਨਿਊਜ਼ 18 ਵਾਲਿਆਂ ਨੇ ਸ਼ਸ਼ੀ ਕਾਂਤ ਦਾ ਬਿਆਨ ਇਹਨੂੰ ਆਨਲਾਈਨ ਲੈ ਕੇ ਸ਼ਸ਼ੀ ਕਾਂਤ ਤੋਂ ਇਸ ਗੱਲ ਦੀ ਕਲੈਰਿਟੀ ਲੈਣ ਦੀ ਕੋਸ਼ਿਸ਼ ਕੀਤੀ। ਉਹ ਸ਼ਸ਼ੀ ਕਾਂਤ ਨੇ ਉਸ ਬਿਆਨ ਦੇ ਵਿੱਚ ਕੀ ਕਿਹਾ, ਤੁਸੀਂ ਸਾਰੇ 1 ਮਿੰਟ ਦਾ ਮੈਨੂੰ ਲੱਗਦਾ ਵੀਡੀਓ ਹੈਗੀ ਹੈ, ਤੁਸੀਂ ਸਾਰੇ ਇੱਕ ਵਾਰੀ ਦੇਖ ਲਓ ਤਾਂ ਆਈ ਥਿੰਕ ਬੈਟਰ। ਉਦੋਂ ਅੱਗੇ ਆਪਾਂ ਫਿਰ ਚੱਲ ਲਾਂਗੇ। ਪਲੇ ਕਰ ਦਿਓ ਜੀ। ਸ਼ਸ਼ੀ ਕਾਂਤ ਜੀ, ਨਿਊਜ਼ 18 ਪੰਜਾਬ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ। ਜਿਵੇਂ ਅਸੀਂ ਰੈਫਰੈਂਸ ਦਿੱਤਾ ਹੈ ਜ਼ਰੂਰ ਤੁਹਾਡੇ ਬਿਆਨ ਦਾ, ਜੋ ਟੈਲੀਫੋਨਿਕ ਕਨਵਰਸੇਸ਼ਨ ਆਪਣੀ ਹੋਈ ਸੀ, ਪਰ ਤੁਹਾਡੀ ਜ਼ੁਬਾਨੀ ਅਸੀਂ ਇੱਕ ਵਾਰੀ ਸਮਝਣਾ ਚਾਹਾਂਗੇ ਕਿ ਜਿਹੜੀ ਬੀਬੀ ਇਹ ਗੱਲ ਕਰ ਰਹੀ ਹੈ, ਡੇਰਾ ਸਮਰਥਕ ਜਿਹੜੀ ਕਹਿ ਰਹੀ ਹੈ ਕਿ ਤੁਸੀਂ ਇਹ ਗੱਲ ਕਹੀ ਸੀ, ਸੋ ਤੁਸੀਂ ਐਗਜ਼ੈਕਟ ਕੀ ਕਿਹਾ ਸੀ ਜਾਂ ਤੁਸੀਂ ਕਦੇ ਇਹ ਬਿਆਨ ਦਿੱਤਾ ਹੈ? ਦੇਖੋ, ਜਿਹੜਾ ਬੀਬੀ ਨੇ ਗੱਲ ਕਹੀ ਹੈਗੀ ਹੈ ਕਿ ਇਹ ਜੈਸ ਜਿਹੜੀ ਹੈਗੀ ਹੈ ਸੁਖਬੀਰ ਬਾਦਲ ਨੇ ਭਿਜਵਾਈ ਹੈਗੀ ਹੈ ਜੀ, ਇਹ ਸਰਾਸਰ ਝੂਠ ਹੈਗਾ, ਮਨਗੜਤ ਗੱਲ ਹੈਗੀ ਹੈ। ਇਸ ਤਰ੍ਹਾਂ ਦਾ ਬਿਆਨ ਨਾ ਕਰਨੇ, ਇੱਥੇ ਮੈਂ ਕਲੈਰੀਫਿਕੇਸ਼ਨ ਦੇਣਾ ਚਾਹੂੰਗਾ ਜੀ। ਇਸ ਤਰ੍ਹਾਂ ਦੀ ਡਰੈਸ ਜਿਹੜੀ ਹੈਗੀ ਹੈ ਕਿਸੇ ਜ਼ਮਾਨੇ 'ਚ ਰਾਜੇ ਮਹਾਰਾਜੇ ਵੀ ਪਹਿਨਦੇ ਸਨ, ਸਾਰੇ ਕੁਝ ਮਹਾਨ ਸ਼ਿਵਾਜੀ ਮਹਾਰਾਜ ਦੇ ਦੂਜੇ ਜਿਹੜੇ ਹੈਗੇ ਨੇ ਉਹਨਾਂ ਦੀ ਵੀ ਡਰੈਸ ਇਸ ਤਰ੍ਹਾਂ ਦੀ ਹੁੰਦੀ ਸੀ, ਪਰ ਜਿਹੜਾ ਮੁੱਦਾ ਸੀ ਉਹ ਸੀ ਗੁਰੂ ਸਾਹਿਬ ਦੀ। ਇਸ ਤੋਂ ਅੱਗੇ ਇਸ਼ੂ ਦੇਖੋ, ਸ਼ਸ਼ੀ ਕਾਂਤ ਹੈਜ਼ ਨੋ ਲਵ ਲੋਸਟ ਫॉर ਅਸ। ਅਨੇਕਾਂ ਵਾਰੀ ਸਾਡੇ ਖਿਲਾਫ ਉਹਨਾਂ ਨੇ ਮੀਡੀਆ ਦੇ ਵਿੱਚ ਗੱਲਾਂ ਕੀਤੀਆਂ, ਪਰ ਇਸ ਵੀਡੀਓ 'ਚ ਅੱਗੇ ਕੀ ਕਹਿੰਦੇ ਆ ਕਿ ਇਹ ਕਿਉਂਕਿ 1.5 ਸਾਲ ਮੈਨੂੰ ਜਾਪਦਾ ਹੈ ਕਿ 1.5 ਸਾਲ ਰਹਿ ਗਿਆ ਇਲੈਕਸ਼ਨ 'ਚ, ਇਸ ਕਰਕੇ ਹੁਣੇ ਮੁੱਦਾ ਬਣਾ ਕੇ ਉਛਾਲਿਆ ਜਾ ਰਿਹਾ। ਐਂਡ ਹੀ ਇਜ਼ ਵੈਰੀ ਕੈਟੇਗੋਰਿਕਲੀ ਸੈਡ ਕਿ ਪ੍ਰਕਾਸ਼ ਸਿੰਘ ਬਾਦਲ ਸਾਹਿਬ ਨਾਲ ਮੇਰੇ ਮਤਭੇਦ ਹੈ, ਪਰ ਇਹੋ ਜਿਹਾ ਕੰਮ ਆਈ ਵਰਕ ਵਿਦ ਹਿਮ, ਹੀ ਇਜ਼ ਅ ਡੀਪਲੀ ਰਿਲੀਜੀਅਸ ਮੈਨ, ਤੇ ਇਹੋ ਜਿਹਾ ਕੰਮ ਉਹ ਕਰਨ ਬਾਰੇ ਸੋਚ ਵੀ ਨਹੀਂ ਸਕਦੇ। ਚਲੋ ਐਨੀਵੇਜ਼ ਦੈਟ ਇਜ਼ ਨਾਟ ਦ ਪੁਆਇੰਟ, ਉਹ ਕੁਝ ਵੀ ਕਹਿਣ ਨਾ ਕਹਿਣ, ਦੈਟ ਇਜ਼ ਅ ਡਿਫਰੈਂਟ ਇਸ਼ੂ, ਬਟ ਉਹ ਬੀਪੀ ਦੇ ਇਸ਼ੂ ਤੇ ਕਲੈਰਿਟੀ ਦੇਤੀ। ਹੁਣ ਤੁਸੀਂ ਦੇਖੋ, ਕਾਂਗਰਸ ਪਾਰਟੀ ਇਸ ਮੁੱਦੇ ਤੇ, ਪੁਸ਼ਾਕ ਵਾਲੇ ਮੁੱਦੇ ਤੇ ਬਿਆਨਬਾਜ਼ੀ ਕਰਦੀ ਹੈ ਜਾਂ ਬੇਅਦਬੀ ਵਾਲੇ ਮੁੱਦਿਆਂ ਤੇ ਬਿਆਨਬਾਜ਼ੀ ਕਰਦੀ ਹੈ। ਕਾਂਗਰਸ ਪਾਰਟੀ ਨੂੰ ਤਾਂ ਮੈਂ ਇਹ ਸਮਝਦਾ ਕੋਈ ਨੈਤਿਕ ਆਧਾਰ ਨਹੀਂ ਸਿੱਖਾਂ ਦੇ ਕਿਸੇ ਮੁੱਦੇ ਤੇ ਵੀ ਗੱਲ ਕਰ ਸਕਦਾ।
they have no moral, no ethical right to speak on any issue relating to the Sikhs. जिस पार्टी ने 1984 ਦੇ ਵਿੱਚ ਦਰਬਾਰ ਸਾਹਿਬ ਤੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਹੋਵੇ, ਜਿਸ ਪਵਿੱਤਰ ਪ੍ਰਕਰਮਾਂ ਤੇ ਅਸੀਂ ਬਾਹਰੋਂ ਜਦੋਂ ਜਾਂਦੇ ਆ ਆਪਾਂ ਸਾਰੇ ਪੈਰ ਧੋ ਕੇ ਜਾਂਦੇ ਆ, ਤੇ ਫਿਰ ਵੀ ਇਹ ਹੁੰਦਾ ਕਿ ਕਿਤੇ ਕੋਈ ਇਹ ਨਾ ਹੋਵੇ ਇਸ ਜਗ੍ਹਾ ਨੂੰ ਆਪਾਂ ਅਪਵਿੱਤਰ ਹੋ ਜੇ ਸਾਡੇ ਚਰਨ ਰੱਖਣ ਨਾਲ। ਇੰਨਾ ਡਰ, ਇੰਨਾ ਸਤਿਕਾਰ ਆਪਾਂ ਸਾਰੇ ਉੱਥੇ ਲੈ ਕੇ ਜਾਂਦੇ ਆ। ਉੱਥੇ ਟੈਂਕਾਂ ਤੋਪਾਂ ਨਾਲ ਹਮਲਾ ਕੀਤਾ ਹੋਵੇ, ਜੁੱਤੀਆਂ ਨਾਲ ਉੱਥੇ ਫੌਜ ਵਾੜੀ ਹੋਵੇ, ਤੇ ਅਕਾਲ ਤਖਤ ਸਾਹਿਬ ਨੂੰ ਟੈਂਕਾਂ ਤੋਪਾਂ ਦੇ ਗੋਲਿਆਂ ਨਾਲ ਢਹਿ ਢੇਰੀ ਕੀਤਾ ਹੋਵੇ। ਅੱਜ ਉਹ ਪਾਰਟੀ ਬੇਅਦਬੀ ਤੇ ਇਨਸਾਫ ਦੇਣ ਦੀ ਗੱਲ ਕਰਦੀ ਹੈ। ਅੱਜ ਉਹ ਪਾਰਟੀ ਸਿੱਖਾਂ ਦੇ ਹਿੱਤਾਂ ਦੀ ਰਾਖੀ ਦੀ ਗੱਲ ਕਰਦੀ ਹੈ। ਮੈਂ ਕੋਈ 4 ਲਾਈਨਾਂ ਮੈਂ ਆਉਂਦਾ ਪੜ੍ਹ ਰਿਹਾ ਸੀ, ਪੰਜਾਬੀ ਦੇ ਕਿਸੇ ਕਵੀ ਨੇ ਲਿਖੀਆਂ, ਫਿਰ ਉੱਠਿਆ ਕਹਿਰ 84 ਦਾ, ਚੜ ਆ ਗਈ ਫੌਜ ਪੰਜਾਬ ਉੱਤੇ, ਹਰ ਪਾਸੇ ਕਹਿਰ ਹਨੇਰੀ ਸੀ, ਆ ਬਹਿ ਗਏ ਭੂੰਡ ਗੁਲਾਬ ਉੱਤੇ। ਉਦੋਂ ਵੀ ਹਰ ਪੰਜਾਬੀ ਦੀ ਧੁਰ ਅੰਦਰੋਂ ਰੂਹ ਕਰਲਾਈ ਸੀ, ਜਦ ਰੱਬ ਦੇ ਘਰ ਤੇ ਤੋਪਾਂ ਦੇ ਗੋਲਿਆਂ ਨੇ ਅੱਗ ਵਰਾਈ ਸੀ, ਜਦ ਢਾ ਕੇ ਢੇਰੀ ਕੀਤਾ ਸੀ ਸਾਡਾ ਉੱਚਾ ਤਖਤ ਅਕਾਲ। ਇੰਨੀਆਂ ਅਣਹੋਣੀਆਂ ਕੀਤੀਆਂ ਮੇਰੇ ਸਿੱਖ ਪੰਥ ਦੇ ਨਾਲ। ਇਹ ਇਸ ਕਾਂਗਰਸ ਦਾ ਬੈਕਗ੍ਰਾਉਂਡ ਹੈ। ਤੇ ਅੱਜ ਇਹ ਗੱਲ ਕਰਨ ਸਿੱਖ ਹਿੱਤਾਂ ਦੀ ਰਾਖੀ ਦੀ। 1984 ਦੇ ਵਿੱਚ ਸਭ ਤੋਂ ਵੱਡਾ ਕਤਲੇਆਮ ਜੇ ਹਿੰਦੁਸਤਾਨ ਦੇ ਇਤਿਹਾਸ 'ਚ ਇੱਕ ਪਲੈਨਡ ਜੈਨੋਸਾਈਡ ਹੋਇਆ। ਦਿੱਲੀ ਦੇ ਵਿੱਚ, ਦੇਸ਼ ਦੀ ਰਾਜਧਾਨੀ ਤੇ ਬਾਕੀ ਸ਼ਹਿਰਾਂ ਦੇ ਵਿੱਚ, ਜਿਹਦੇ 'ਚ ਹਜ਼ਾਰਾਂ ਸਿੱਖਾਂ ਨੂੰ ਟਾਇਰ ਪਾ ਕੇ ਗਲਾਂ 'ਚ ਸਾੜਿਆ ਗਿਆ, ਜਿਉਂਦਿਆਂ ਨੂੰ ਮਾਰਿਆ ਗਿਆ। ਸਾਡੇ ਗੁਰਧਾਮਾਂ ਦੀ ਬੇਅਦਬੀ ਹੋਈ, ਅੱਗ ਲਾਈ ਗਈ। ਅਨੇਕਾਂ ਗੁਰੂ ਸਾਹਿਬ ਦੇ ਸਰੂਪ 84 ਦੇ ਵਿੱਚ ਵੀ ਦਰਬਾਰ ਸਾਹਿਬ 'ਚ ਗੋਲੀਆਂ ਮਾਰ ਕੇ ਛੰਨੀ ਕੀਤੇ ਗਏ। ਅੱਜ ਉਹ ਕਾਂਗਰਸ ਗੱਲ ਕਰਦੀ ਹੈ। 84 ਦੇ ਕਾਤਲਾਂ ਨੂੰ ਅਹੁਦੇ ਦੇ ਕੇ ਨਵਾਜ਼ਿਆ ਗਿਆ। ਜਦ ਸ਼ਰੇਆਮ ਵਿੱਚ ਦਿੱਲੀ ਦੇ ਸੀ ਖੇਡੀ ਖੂਨ ਦੀ ਹੋਲੀ ਗਈ, ਕਿਵੇਂ ਇੱਜ਼ਤਾਂ ਧੀਆਂ ਭੈਣਾਂ ਦੀ ਪੈਰਾਂ ਦੇ ਹੇਠਾਂ ਰੋਲੀ ਗਈ। ਅੱਜ ਇਹ ਕਾਂਗਰਸ ਸਿੱਖਾਂ ਦੇ ਹਿੱਤਾਂ ਦੀ ਰਾਖੀ ਗੱਲ ਕਰਦੀ ਹੈ। ਇਹ ਤਰਾਸਦੀ ਹੈ ਅੱਜ ਦੇ ਸਮੇਂ ਦੀ, ਇਹ ਦੁਖਾਂਤ ਹੈ ਅੱਜ ਦੇ ਸਮੇਂ ਦਾ। ਮੈਨੂੰ ਇਹ ਕਹਿਣ 'ਚ ਕੋਈ ਗੁਰੇਜ਼ ਨਹੀਂ ਕਿ ਇਸ ਗੱਲ ਦਾ ਹਮੇਸ਼ਾ ਦੁੱਖ ਰਹੂਗਾ ਕਿ ਸਾਡੇ ਰਾਜ ਭਾਗ ਦੇ ਦੌਰਾਨ ਇਹ ਬੇਅਦਬੀ ਦੀ ਘਟਨਾ ਹੋਈ, ਪਰ ਇਹ ਕਾਂਗਰਸ ਗੱਲ ਕਰੇ। ਅਸੀਂ ਤਾਂ ਉਦੋਂ ਰਿਕਾਰਡ ਦਾ ਹਿੱਸਾ ਹੈ। ਸਮੁੱਚੀ ਕਾਂਗਰਸ ਦੀ, ਸਮੁੱਚੀ ਆਪੋਜੀਸ਼ਨ ਪਾਰਟੀਆਂ ਦੀ, ਜਿੰਨੀਆਂ ਦੂਜੀਆਂ ਜਥੇਬੰਦੀਆਂ ਸੀ, ਸਭ ਦੀ ਡਿਮਾਂਡ ਸੀ ਕਿ ਇਹ ਕੇਸ ਸੀਬੀਆਈ ਨੂੰ ਦਿੱਤਾ ਜਾਵੇ। ਅਸੀਂ ਉਦੋਂ ਸੀਬੀਆਈ ਨੂੰ ਦਿੱਤਾ। ਆ ਮੈਂ ਫੋਟੋ ਤੁਹਾਨੂੰ ਦਿਖਾਉਣਾ। ਰਾਹੁਲ ਗਾਂਧੀ ਸਮੁੱਚੀ ਕਾਂਗਰਸ ਪਾਰਟੀ ਨੂੰ, ਜਿਹਦੇ 'ਚ ਕੈਪਟਨ ਅਮਰਿੰਦਰ ਸਿੰਘ, ਪ੍ਰਤਾਪ ਬਾਜਵਾ, ਅੰਬਿਕਾ ਸੋਨੀ, ਆਸ਼ਾ ਕੁਮਾਰੀ, ਕਟਾਰੀਆ ਸਾਹਿਬ ਵੀ ਖੜੇ ਹੈ, ਦੁੱਲੋ ਸਾਹਿਬ ਵੀ ਖੜੇ ਹੈ, ਇਹ ਸਾਰੀ ਦੀ ਜਾਖੜ ਸਾਹਿਬ ਵੀ ਖੜੇ ਹੈ। ਸਮੁੱਚੀ ਕਾਂਗਰਸ ਪਾਰਟੀ ਪ੍ਰੈਜ਼ੀਡੈਂਟ ਪ੍ਰਣਬ ਮੁਖਰਜੀ ਕੋਲ ਗਈ ਸੀ ਕਿ ਇਹ ਕੇਸ ਸੀਬੀਆਈ ਨੂੰ ਦਿੱਤਾ ਜਾਵੇ, ਇਹਦੀ ਇੰਡੀਪੈਂਡੈਂਟ ਜਾਂਚ ਕਰਾਈ ਜਾਵੇ ਤੇ ਤਾਂ ਇਨਸਾਫ ਮਿਲੂਗਾ। ਅੱਜ ਇਹ ਗੱਲ ਕਰਦੇ ਅਸੀਂ ਤਾਂ ਜੋ ਕੁਝ ਆ ਰਾਹੁਲ ਗਾਂਧੀ ਉਦੋਂ ਇਹਨਾਂ ਨੂੰ ਲੈ ਕੇ ਪ੍ਰਣਬ ਮੁਖਰਜੀ ਨੂੰ ਮਿਲੇ ਸੀ, ਉਸ ਦਿਨ ਦੀ ਖਬਰ ਹੈ। 19 ਨਵੰਬਰ 2015 ਦੀ ਜੀ। ਸੋ ਮੇਰਾ ਕਹਿਣ ਤੋਂ ਭਾਵ ਇਹ ਸਾਨੂੰ ਪੰਥ ਦੀ ਰਾਖੀ ਦਾ ਪਾਠ ਨਾ ਪੜਾਉਣ। ਇਹਨਾਂ ਨੂੰ ਤਾਂ ਸ਼ਰਮ ਆਉਣੀ ਚਾਹੀਦੀ ਹੈ ਜਦੋਂ ਇਹ ਇਹੋ ਜਿਹੀਆਂ ਗੱਲਾਂ ਕਰਦੇ ਆ। ਤੇ ਅੱਜ ਇਹਨਾਂ ਨਾਲ ਢੀਂਡਸਾ ਸਾਹਿਬ ਵੀ ਰਲ ਗਏ ਤੇ ਜਾਖੜ ਸਾਹਿਬ ਦੇ ਪਰਿਵਾਰ ਦਾ ਤਾਂ ਡੀਐਨਏ ਹੈ ਜਿਹੜਾ ਆ ਯੂਐਸ ਕਾਂਗਰਸ ਦਾ ਰਿਕਾਰਡ ਲਾਈਨ ਅਵੇਲੇਬਲ ਹੈ, ਜਿੱਥੇ ਉਹਨਾਂ ਦੇ ਇੱਕ ਸੈਨੇਟਰ ਨੇ ਬੋਲਦਿਆਂ ਜੋ ਡੀਐਨਏ ਜਾਖੜ ਸਾਹਿਬ ਦਾ ਤੇ ਕਾਂਗਰਸ ਪਾਰਟੀ ਦਾ ਇਹਦੇ ਸਾਹਮਣੇ ਆਉਂਦਾ, ਜਿਹਦੇ ਬਲਰਾਮ ਜਾਖੜ ਜੀ ਨੇ, ਅੱਜ ਉਹ ਦੁਨੀਆ 'ਚ ਹੈ ਨਹੀਂ, ਬਟ ਆਈ ਹੈਵ ਟੂ ਕੋਟ ਹਿਮ ਐਂਡ ਇਟਸ ਪਾਰਟ ਆਫ ਰਿਕਾਰਡ। ਇਹ ਗੱਲ ਆਖੀ ਕਿ ਇਫ ਵੀ ਹੈਵ ਟੂ ਕਿਲ 1 ਮਿਲੀਅਨ ਸਿੱਖਸ
to preserve our territorial integrity, so be it. ਇਹ ਰਿਕਾਰਡ ਹੈ, ਇਹ ਇਟ ਇਜ਼ ਅਵੇਲੇਬਲ ਆਨਲਾਈਨ, ਤੁਸੀਂ ਸਾਰੇ ਚੈੱਕ ਕਰ ਸਕਦੇ ਹੋ, ਤੁਹਾਨੂੰ ਸੈਂਡ ਵੀ ਕਰ ਦਿਆਂਗੇ। ਸੋ ਅੱਜ ਇਹ ਕਾਂਗਰਸ ਪਾਰਟੀ ਤੇ ਢੀਂਡਸਾ ਸਾਹਿਬ ਰਲ ਮਿਲ ਕੇ ਗੇਮ ਖੇਡ ਰਹੇ। ਹੁਣ ਢੀਂਡਸਾ ਸਾਹਿਬ ਤੇ ਮੈਨੂੰ ਹੈਰਾਨੀ ਆਉਂਦੀ ਹੈ, ਉਮਰ 'ਚ ਮੇਰੇ ਤੋਂ ਬਹੁਤ ਵੱਡੇ, ਮੇਰੇ ਫਾਦਰ ਤੋਂ ਵੀ ਮੈਨੂੰ ਲੱਗਦਾ 10-12 ਸਾਲ ਵੱਡੇ ਹੋਣੇ ਆ, ਬਟ ਦੈਨ ਸਰਟਨ ਥਿੰਗਸ ਨੀਡਸ ਟੂ ਬੀ ਸੈਟ ਰਾਈਟ ਟੁਡੇ। ਕਲੈਰਿਟੀ ਆਉਣੀ ਪਊਗੀ ਉਹਨਾਂ ਗੱਲਾਂ ਤੇ। ਅੱਜ ਢੀਂਡਸਾ ਸਾਹਿਬ ਦਾ ਬਿਆਨ ਹੈ ਕਿ ਸੁਖਬੀਰ ਸਿੰਘ ਬਾਦਲ ਪੁਸ਼ਾਕ ਵਾਲੇ ਮਸਲੇ ਤੇ ਕਲੈਰਿਟੀ ਦੇਣ, ਕਲੈਰੀਫਾਈ ਕਰਨ। ਵਾਹ, ਜਿਹੜਾ ਪੁਸ਼ਾਕ ਵਾਲਾ ਮਸਲਾ ਹੈ, ਜਿਸ ਬੀਬੀ ਨੇ ਰੇਜ਼ ਕੀਤਾ, ਜਿਹਨੂੰ ਕੋਟ ਕੀਤਾ, ਉਹਨਾਂ ਦੋਨਾਂ ਦਾ ਸੈਟਲ ਹੋ ਗਿਆ, ਉਹ ਤਾਂ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਗਿਆ। ਪਰ ਅੱਜ ਢੀਂਡਸਾ ਸਾਹਿਬ ਨੂੰ ਕਈ ਕਲੈਰੀਫਿਕੇਸ਼ਨਸ ਦੇਣੀਆਂ ਪੈਣਗੀਆਂ। ਅੱਜ ਢੀਂਡਸਾ ਸਾਹਿਬ ਬੇਅਦਬੀ ਦੇ ਮਸਲੇ ਤੇ ਗੱਲ ਕਰਦੇ ਆ, ਡੇਰੇ ਦੇ ਮਸਲੇ ਤੇ ਗੱਲ ਕਰਦੇ ਆ। ਆ ਪਰਮਿੰਦਰ ਸਿੰਘ ਢੀਂਡਸਾ ਦੀ ਫੋਟੋ ਹੈ, 2017 ਦੇ ਵਿੱਚ ਡੇਰੇ ਤੇ ਜਾ ਕੇ ਹੱਥ ਜੋੜ ਕੇ ਖੜੇ ਆ। ਮੈਂ ਢੀਂਡਸਾ ਸਾਹਿਬ ਨੂੰ ਪੁੱਛਣਾ ਚਾਹਣਾ ਕਿ ਪਰਮਿੰਦਰ ਸਿੰਘ ਢੀਂਡਸਾ ਨੂੰ ਕਿਉਂ ਨਹੀਂ ਰੋਕਿਆ ਜੀ ਉਦੋਂ ਡੇਰੇ ਤੇ ਜਾਣ ਤੋਂ? Why did he allow him to go there? 2015 ਦੇ ਵਿੱਚ ਇਹ ਦੁਖਦਾਈ ਘਟਨਾ ਹੁੰਦੀ ਹੈ। ਪਰਮਿੰਦਰ ਸਿੰਘ ਢੀਂਡਸਾ ਵਜ਼ੀਰ ਆ ਪੰਜਾਬ ਸਰਕਾਰ ਦੇ ਵਿੱਚ, ਪਰਮਿੰਦਰ ਸਿੰਘ ਢੀਂਡਸਾ ਕੰਟੀਨਿਊ ਕਰਦਾ ਵਜ਼ਾਰਤ ਦੇ ਵਿੱਚ, ਤੇ 2016 ਦੇ ਵਿੱਚ ਢੀਂਡਸਾ ਸਾਹਿਬ ਸ਼੍ਰੋਮਣੀ ਅਕਾਲੀ ਦਲ ਤੋਂ ਰਾਜ ਸਭਾ ਦੀ ਸੀਟ ਵੀ ਲੈ ਲੈਂਦੇ ਆ ਮਾਰਚ 2016 ਕਿਉਂ ਬਈ? ਇਹ ਦੋਹਰੇ ਮਾਪਦੰਡ ਕਿਉਂ ਹੈ? 2007 ਦੇ ਵਿੱਚ ਪੁਸ਼ਾਕ ਵਾਲੀ ਘਟਨਾ ਹੁੰਦੀ ਹੈ ਤੇ ਢੀਂਡਸਾ ਸਾਹਿਬ ਐਜ਼ ਯੂਜੂਅਲ ਲੋਕ ਸਭਾ ਦੀ ਇਲੈਕਸ਼ਨ 2009 ਚ ਹਾਰ ਜਾਂਦੇ, 2010 ਚ ਫੇਰ ਰਾਜ ਸਭਾ ਲੈਂਦੇ ਆ, 14 ਦੇ ਵਿੱਚ ਫੇਰ ਹਾਰਦੇ ਆ, 15 ਦੇ ਵਿੱਚ ਦੁਖਦਾਈ ਘਟਨਾ ਬੇਅਦਬੀ ਦੀ ਹੁੰਦੀ ਹੈ, 16 ਦੇ ਵਿੱਚ ਫੇਰ ਲੈ ਲੈਂਦੇ ਆ ਰਾਜ ਸਭਾ। ਕਿਉਂ ਬਈ? ਇਹ ਚੀਜ਼ਾਂ ਸਾਰੀਆਂ ਅੱਜ ਕਾਂਗਰਸ ਨਾਲ ਰਲ ਕੇ, ਕਾਂਗਰਸ ਦੀ ਤਾਂ ਪੁਰਾਣੀ ਹਿਸਟਰੀ ਕੱਢ ਲਓ, ਸਿੱਖ ਕੌਮ ਦੇ ਵਿੱਚੋਂ ਬੰਦੇ ਪਾੜ ਕੇ ਇਹਨਾਂ ਨੇ ਰਾਜਨੀਤੀ ਕੀਤੀ ਆ, ਉਹੀ ਕੰਮ ਅੱਜ ਚੱਲ ਰਿਹਾ। ਇਹ ਢੀਂਡਸਾ ਸਾਹਿਬ ਨੂੰ ਜਵਾਬ ਦੇਣੇ ਪੈਣੇ ਅੱਜ ਇਹਨਾਂ ਗੱਲਾਂ ਦੇ। ਗੱਲਾਂ ਕਹਿਣੀਆਂ ਬੜੀਆਂ ਸਖਲੀਆਂ ਤੇ ਅਕਾਲ ਤਖਤ ਸਾਹਿਬ ਤੇ ਕੰਪਲੇਂਟ ਕਰਾਈ ਜੀ, ਕਹਿੰਦੇ ਵਰਲਡ ਸਿੱਖ ਕਾਉਂਸਲ ਨੇ ਕੰਪਲੇਂਟ ਕੀਤੀ ਹੈ ਜੀ। ਆ ਬੀਬੀ ਜੀ ਜਿਨ੍ਹਾਂ ਨੇ ਕੰਪਲੇਂਟ ਕੀਤੀ ਹੈ ਵਰਲਡ ਸਿੱਖ ਕਾਉਂਸਲ ਦੇ, ਅੱਜ ਅਖਬਾਰ 'ਚ ਲੱਗੀ ਹੈ। ਢੀਂਡਸਾ ਸਾਹਿਬ ਨਾਲ ਰਾਏ ਮਸ਼ਵਰਾ ਕਰਕੇ ਜੋ ਕਾਂਗਰਸ ਦੇ ਹੈੱਡਕੁਆਟਰ ਤੋਂ ਡਾਇਰੈਕਸ਼ਨ ਆਉਂਦੀ ਹੈ ਢੀਂਡਸਾ ਸਾਹਿਬ ਕੋਲੇ ਆਉਂਦੀ ਹੈ, ਢੀਂਡਸਾ ਸਾਹਿਬ ਗਾਂ ਇੰਪਲੀਮੈਂਟ ਕਰਦੇ। ਆ ਤੁਹਾਡੇ ਸਾਹਮਣੇ ਹੈ ਸਰ, 1 ਮਿੰਟ ਦਿਖਾਓ। ਆ ਲਓ ਜੀ, ਲਓ ਥੋੜਾ ਪੇਜ। ਸੋ ਇਹ ਗੇਮ ਪਲਾਨ ਤੁਹਾਡੇ ਸਾਹਮਣੇ ਦੇਖੋ ਤੁਸੀਂ ਕਿਵੇਂ ਚੱਲ ਰਿਹਾ ਹੈ। ਹੁਣ ਇਹ ਡੇਰੇ ਦੀ ਜਿਹੜੀ ਗੱਲ ਕਰਦੇ ਆ, ਡੇਰੇ ਤੇ ਇਲੈਕਸ਼ਨ ਦੇ ਵੇਲੇ ਅਕਾਲ ਤਖਤ ਸਾਹਿਬ ਨੇ ਨੋਟਿਸ ਲਿਆ, 2 ਕੈਟਾਗਰੀਜ਼ ਕੱਢੀਆਂ ਗਈਆਂ ਬੰਦਿਆਂ ਦੀਆਂ। ਇੱਕ ਜਿਹੜੇ ਡੇਰੇ ਤੇ ਗਏ ਸਮਰਥਨ ਲੈਣ ਵਾਸਤੇ, ਇੱਕ ਜਿਨ੍ਹਾਂ ਨੇ ਕੈਂਪੇਨ ਕਰਦਿਆਂ ਵੋਟਰਾਂ ਨੂੰ ਅਪੀਲ ਕੀਤੀ ਜਿਹਦੇ ਵਿੱਚ ਡੇਰੇ ਦੇ ਵੀ ਵੋਟਰ ਹੋਣਗੇ। 2 ਕੈਟਾਗਰੀ ਸੀ ਤੇ ਪਰਮਿੰਦਰ ਸਿੰਘ ਢੀਂਡਸਾ ਵਾਸ ਇਨ ਦਾ ਫਰਸਟ ਕੈਟਾਗਰੀ, ਜਿਹਨੇ ਡੇਰੇ ਤੇ ਜਾ ਕੇ ਹੱਥ ਜੋੜ ਕੇ, ਹੱਥ ਬੰਨ ਕੇ ਉੱਥੇ ਸਮਰਥਨ ਮੰਗਿਆ ਉਹਨਾਂ ਤੋਂ। ਅਕਾਲੀ ਦਲ ਦਾ ਇੱਕ ਅੱਧਾ ਆਗੂ ਹੋਰ ਹੋਣਾ ਉੱਥੇ, ਮੋਸਟ ਆਫ them ਜਿਹੜੇ ਅਕਾਲੀ ਦਲ ਦੇ ਬੰਦੇ ਸੱਦੇ ਗਏ ਸੀ ਉਹ ਸੈਕੰਡ ਕੈਟਾਗਰੀ ਸੀ, ਜਿਨ੍ਹਾਂ ਨੇ ਵੋਟਾਂ ਮੰਗਦਿਆਂ ਸਾਰਿਆਂ ਨੂੰ ਅਪੀਲ ਕੀਤੀ ਸੀ। ਫਿਰ ਵੀ ਉਹਨਾਂ ਆਗੂਆਂ ਨੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਸਜ਼ਾ ਸੁਣ ਕੇ ਉਹਨੂੰ ਸੇਵਾ ਮੰਨਦਿਆਂ ਹੋਇਆਂ ਆਪਦੀ ਸੇਵਾ ਪੂਰੀ ਕੀਤੀ। ਤੇ ਕਾਂਗਰਸ ਦੇ ਕਿਹੜੇ ਬੰਦੇ ਸੀ ਜੀ ਉੱਥੇ ਗਏ ਡੇਰੇ ਤੇ ਜਿਹੜੇ ਗਏ? ਆ ਮੈਂ ਹੁਣ ਤੁਹਾਨੂੰ ਪੜ੍ਹ ਦਿੰਨਾ, ਪਹਿਲਾਂ ਨਾ ਫਿਰ ਫੋਟੋਆਂ ਵੀ ਵਿਖਾ ਦਿੰਨਾ। ਕੈਪਟਨ ਸਾਹਿਬ ਦਾ ਜੇ ਹੈਲੀਕਾਪਟਰ ਉਤਰਦਾ ਹੈ ਕੈਂਪੇਨ ਦੇ ਦੌਰਾਨ, ਉਹ ਡੇਰੇ ਤੇ ਉਤਰਦਾ। ਆ ਵੀਡੀਓ ਹੈ, ਤੁਹਾਨੂੰ ਦਿਖਾ ਦੂੰਗਾ ਮੈਂ ਇਹ ਵੀਡੀਓ, ਸੈਂਡ ਕਰ ਦਿਆਂਗੇ। ਕੈਪਟਨ ਸਾਹਿਬ ਉਤਰ ਕੇ ਉੱਥੇ ਬਿਆਨ ਵੀ ਦਿੰਦੇ। ਕੈਪਟਨ ਸਾਹਿਬ ਦਾ ਹੈਲੀਕਾਪਟਰ ਉਤਰੇ ਤਾਂ ਡੇਰੇ ਤੇ ਉਤਰੇ। ਜਾਖੜ ਸਾਹਿਬ ਡੇਰੇ ਵਾਲੇ ਬਾਬੇ ਦੇ ਮੂਹਰੇ ਹੱਥ ਜੋੜ ਕੇ ਖੜੇ ਹੋਣ। ਆ ਮਨਪ੍ਰੀਤ ਸਿੰਘ ਬਾਦਲ ਇਹਨਾਂ ਦੇ ਖਜ਼ਾਨਾ ਮੰਤਰੀ ਸਾਹਿਬ ਇਹ ਡੇਰੇ ਵਾਲੇ ਦੇ ਮੂਹਰੇ ਖੜੇ ਹੋਣ। ਨਵਜੋਤ ਸਿੰਘ ਸਿੱਧੂ ਇਹ ਡੇਰੇ ਵਾਲੇ ਕੋਲੇ ਜਾਂਦੇ। ਆ ਸਾਰੇ ਜਾਣੇ ਮੈਂ ਤੁਹਾਨੂੰ ਦੱਸਾਂ, ਬੀਬੀ ਭੱਠਲ, ਮਨਪ੍ਰੀਤ ਸਿੰਘ ਬਾਦਲ, ਕੇਵਲ ਢਿੱਲੋਂ ਪੀਪੀਸੀਸੀ ਦੇ ਵਾਈਸ ਪ੍ਰੈਜ਼ੀਡੈਂਟ, ਧਰਮਸੋਤ,
ਦਰਸ਼ਨ ਸਿੰਘ ਬਰਾੜ, ਰਾਜਾ ਵਿੜੰਗ, ਕਰਨ ਬਰਾੜ, ਰਣਦੀਪ ਨਾਭਾ, ਮੋਫਰ, ਕਿਹਦੇ ਮੈਂ ਨਾਂ ਲਵਾਂ। ਆ ਸਾਰੇ ਜਾਣੇ ਡੇਰੇ ਤੇ ਜਾ ਕੇ ਉੱਥੇ ਮੱਥਾ ਟੇਕਦੇ ਆ ਤੇ ਅੱਜ ਇਹ ਅਕਾਲੀ ਦਲ ਨੂੰ ਪਾਠ ਪੜਾਉਂਦੇ ਆ। ਮੈਂ ਹੈਰਾਨ ਆ ਇਸ ਗੱਲ ਤੇ ਕਿ ਲਿੰਕ ਤੁਸੀਂ ਦੇਖੋ ਇਹਨਾਂ ਦਾ, ਡੇਰੇ ਨਾਲ ਕਾਂਗਰਸ ਦਾ ਲਿੰਕ ਵੀ ਮੈਂ ਅੱਜ ਤੁਹਾਨੂੰ ਦੱਸਣਾ ਚਾਹੁੰਦਾ। ਬਾਬੇ ਦਾ ਕੁੜਮ ਜੱਸੀ, ਜੱਸੀ ਕੌਣ? ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਵਾਈਸ ਪ੍ਰੈਜ਼ੀਡੈਂਟ। ਤੇ ਤੁਸੀਂ ਸਾਰੇ ਪੋਲੀਟੀਕਲ ਰਿਪੋਰਟਰਸ ਹੋ, ਤੁਸੀਂ ਸਮਝਦੇ ਹੋ, ਸਾਰੇ ਤਜਰਬੇ ਵਾਲੇ ਬੈਠੇ ਹੋ ਇੱਥੇ। ਇਹ ਹਲਕਾ ਬਦਲ ਕੇ ਟਿਕਟ ਲੜਨਾ ਕੋਈ ਸੌਖੀ ਗੱਲ ਨਹੀਂ। ਇੱਕ ਅੱਧੀ ਵਾਰੀ ਕਿਸੇ ਦੀ ਬਦਲੀ ਜਾਂਦੀ ਹੈ। ਪਰਮਿੰਦਰ ਨੂੰ ਵੀ ਚਲੋ ਬਦਲ ਕੇ ਉਹਨੇ ਲਹਿਰਾ ਦਿੱਤੀ ਕਿਉਂਕਿ ਸੁਨਾਮ ਤੋਂ ਮੈਨੂੰ ਲੱਗਦਾ ਪੋਜੀਸ਼ਨ ਟਾਈਟ ਸੀ। ਹੁਣ ਜੱਸੀ ਸਾਹਿਬ ਕਿਉਂਕਿ ਬਾਬੇ ਦਾ ਕੁੜਮ ਹੈ ਤੇ ਡੇਰੇ ਦੀ ਸੰਧੀ ਆ ਉਹਨਾਂ ਨਾਲ, ਕਾਂਗਰਸ ਨਾਲ, ਬਠਿੰਡੇ ਤੋਂ ਵੀ ਟਿਕਟ ਦਿੱਤੀ ਜਾਂਦੀ ਹੈ, ਬਦਲ ਕੇ ਤਲਵੰਡੀ ਸਾਬੋ ਤੋਂ ਵੀ ਲੜਦੇ ਆ, ਬਦਲ ਕੇ ਮੋੜ ਤੋਂ ਵੀ ਲੜਦੇ ਆ, ਕਿਉਂਕਿ ਲਿੰਕ ਹੈ। ਤੇ ਅੱਜ ਇਹ ਸਾਨੂੰ ਸਿਖਾਉਣਗੇ, ਕਾਂਗਰਸ ਵਾਲੇ ਪਾਠ ਪੜਾਉਣਗੇ। ਮੇਰਾ ਕਾਗਜ਼ ਹੋ ਸੋ ਮੈਂ ਇਹ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਰੱਖਣੀਆਂ ਚਾਹੁੰਦਾ ਸੀ। ਇਹ ਇਸ਼ੂ ਹੁਣ ਕਿੱਥੇ ਆ ਕੇ ਖੜਦਾ ਜੀ? ਜਿਵੇਂ ਮੈਂ ਪਹਿਲਾਂ ਕਿਹਾ ਕਿ ਇੱਕ ਕਾਂਗਰਸ ਸੇਵਾ ਦਲ ਹੈ ਤੇ ਇੱਕ ਕਾਂਗਰਸ ਢੀਂਡਸਾ ਦਲ ਹੈ। ਇਹ ਕਾਂਗਰਸ ਦੀ ਇੱਕ ਫਰੰਟਲ ਆਰਗੇਨਾਈਜੇਸ਼ਨ ਬਣ ਕੇ ਰਹਿ ਗਈ। ਇਹਨਾਂ ਨੂੰ ਜਵਾਬ ਦੇਣੇ ਪੈਣਗੇ ਅੱਜ ਇਹਨਾਂ ਸਾਰੀਆਂ ਗੱਲਾਂ ਦੇ। ਇਹ ਸਾਰੀ ਸੱਚਾਈ ਜੋ ਇਹ ਦੁਖਾਂਤ ਹੋਇਆ, ਜੋ ਦੁਖਦਾਈ ਘਟਨਾ ਹੋਈਆਂ, ਸਿੱਖ ਪੰਥ ਨੂੰ ਇਨਸਾਫ ਚਾਹੀਦਾ। ਅਸੀਂ ਤਾਂ ਅਰਦਾਸ ਕੀਤੀ ਹੈ ਕਿ ਜਿਹਨੇ ਮਾੜੀ ਘਟਨਾ ਕੀਤੀ ਹੋਵੇ ਜਾਂ ਜਿਹਨੇ ਕਰਾਈ ਉਹਦਾ ਕੱਖ ਨਾ ਰਵੇ। ਪ੍ਰਧਾਨ ਸਾਹਿਬ ਨੇ ਪਬਲਿਕਲੀ ਅਰਦਾਸ ਕੀਤੀ ਹੈ ਤੇ ਜਿਨ੍ਹਾਂ ਨੇ ਇਹਦੇ ਤੇ ਰਾਜਨੀਤੀ ਕੀਤੀ ਉਹਨਾਂ ਦਾ ਵੀ ਕੱਖ ਨਾ ਰਵੇ। ਬਿਰਤੀ ਨਾ ਜਾਏ ਜਨ ਕੀ ਅਰਦਾਸ। ਇਹ ਇੱਥੇ ਇਨਸਾਫ ਗੁਰੂ ਸਾਹਿਬ ਨੇ ਆਪ ਦੇਣਾ। ਤੁਸੀਂ ਮੈਨੂੰ ਦੱਸੋ, ਸੁਪਰੀਮ ਕੋਰਟ ਦੀ ਜਾਂਚ ਦੀ ਜਾਂ ਇੰਡੀਪੈਂਡੈਂਟ ਜਾਂਚ ਦੀ ਮੰਗ ਕਾਂਗਰਸ 2015 ਚ ਕਰਦੀ ਹੈ। ਅੱਜ ਹਾਲਾਤ ਕੀ ਹੈ? ਸੀਬੀਆਈ ਤੇ ਵੀ ਉਂਗਲਾਂ ਚੱਕੀਆਂ ਜਾ ਰਹੀਆਂ। ਸਿੱਟ ਜਿਹੜੀ ਇਹਨਾਂ ਨੇ ਬਣਾਈ ਹੈ ਉਹ ਤਾਂ ਤੁਹਾਡੇ ਸਾਹਮਣੇ ਹੀ ਹੈ ਕਿਵੇਂ ਕਾਂਗਰਸ ਪਾਰਟੀ ਤੋਂ ਡਾਇਰੈਕਸ਼ਨਾਂ ਲੈ ਕੇ ਕੰਮ ਚੱਲ ਰਿਹਾ। ਤੇ ਕਿਉਂ ਨਹੀਂ ਸੁਪਰੀਮ ਕੋਰਟ ਦੇ ਜੱਜ ਸਾਹਿਬ ਨੂੰ ਲਿਖਦੇ? ਸਿੱਖ ਪੰਥ ਨੂੰ ਇਨਸਾਫ ਚਾਹੀਦਾ, ਸਿੱਖ ਕੌਮ ਨੂੰ ਇਨਸਾਫ ਚਾਹੀਦਾ। ਤੇ ਇਹ ਸੌੜੀ ਰਾਜਨੀਤੀ ਵੀ ਨੰਗੀ ਹੋਊਗੀ। ਮੈਂ ਤੁਹਾਨੂੰ ਕਹਿੰਦਾ ਜਿਹੜੇ ਇਹ ਪਰਦੇ ਦੇ ਪਿੱਛੇ ਦੇ ਅਲਾਈਅੰਸਸ ਹੈ ਨਾ, ਇਹ ਸਾਰੇ ਨੰਗੇ ਹੋਣਗੇ। ਸੁਪਰੀਮ ਕੋਰਟ ਦੇ ਜੱਜ ਸਾਹਿਬ ਨੂੰ ਲਿਖ ਕੇ ਭੇਜਣ, ਸ਼੍ਰੋਮਣੀ ਅਕਾਲੀ ਦਲ ਨਾਲ ਜਾਊਗਾ। ਪ੍ਰੈਜ਼ੀਡੈਂਟ ਨੂੰ ਲਿਖ ਕੇ ਚਿੱਠੀ ਭੇਜਣ ਕੈਪਟਨ ਸਾਹਿਬ, ਪ੍ਰਾਈਮ ਮਿਨਿਸਟਰ ਨੂੰ ਲਿਖ ਕੇ ਭੇਜਣ ਕਿ ਸੁਪਰੀਮ ਕੋਰਟ ਦੇ ਜੱਜ ਦੀ ਦੇਖ ਰੇਖ ਦੇ ਵਿੱਚ ਇਨਕੁਆਇਰੀ ਹੋਵੇ। ਉਹ ਇਨਕੁਆਇਰੀ ਟੀਮ ਮੁਕਰਰ ਕਰਨ, ਉਹਦੀ ਇਨਕੁਆਇਰੀ ਹੋਵੇ, ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਵੇ। ਜਿਹੜੇ ਸਾਰੇ ਕਾਂਗਰਸ ਤੇ ਕਾਂਗਰਸ ਦੀ ਬੀ ਟੀਮ ਹੈ, ਦੇਖੋ ਅਸੀਂ ਤਾਂ ਇਹ ਕਿਹਾ ਜਿਨ੍ਹਾਂ ਨੇ ਇਹਦੇ ਤੇ ਸਿਆਸਤ ਕੀਤੀ ਉਹਨਾਂ ਦਾ ਕੱਖ ਨਾ ਰਵੇ। ਤੇ ਇੱਥੇ ਹੀ ਹੋਣਾ ਸਾਰਾ ਇਨਸਾਫ। ਤੁਸੀਂ ਵੇਖੋ ਰਾਹੁਲ ਗਾਂਧੀ ਨੇ ਬਰਗਾੜੀ ਆ ਕੇ ਸਭ ਤੋਂ ਪਹਿਲਾਂ ਇਸ ਮੁੱਦੇ ਤੇ ਸਿਆਸਤ ਕੀਤੀ ਸੀ। ਤੇ 70 ਸਾਲਾਂ 'ਚ ਜੇ ਕਾਂਗਰਸ ਪਾਰਟੀ ਪਹਿਲੀ ਵਾਰੀ ਅਮੇਠੀ ਦੀ ਸੀਟ ਆ ਰਹੀ ਹੈ, ਉਹ ਰਾਹੁਲ ਗਾਂਧੀ ਆ ਰਿਹਾ। ਇਹ ਇੱਥੇ ਹੀ ਸਾਰਿਆਂ ਨੂੰ ਭਰਨੀ ਪੈਣੀ ਹੈ। ਹਜੇ ਤਾਂ ਸ਼ੁਰੂਆਤ ਹੈ। ਜਾਖੜ ਸਾਹਿਬ ਪਹਿਲਾਂ ਆਪਦੇ ਘਰੋਂ ਹਾਰੇ, 200 ਕਿਲੋਮੀਟਰ ਭੱਜ ਕੇ ਆਏ ਗੁਰਦਾਸਪੁਰ, ਭਗੌੜੇ ਹੋ ਕੇ ਆਪਦੇ ਲੋਕਾਂ ਤੋਂ, ਉੱਥੇ ਵੀ ਲੋਕਾਂ ਨੇ ਹਰਾਇਆ। ਨਵਜੋਤ ਸਿੰਘ ਸਿੱਧੂ ਨੇ ਸਿਆਸਤ ਕੀਤੀ, ਉਹਦਾ ਹਾਲਾਤ ਤੁਸੀਂ ਦੇਖ ਲਓ, ਅੱਜ ਘਰੇ ਭਾਤਾ ਲੋਕਾਂ ਨੇ ਜਾਂ ਉਹਦੀ ਪਾਰਟੀ ਨੇ। ਚਿਦੰਬਰਮ ਸਾਹਿਬ ਨੂੰ ਇਹ ਦੂਰੋਂ ਲੈ ਕੇ ਆਉਂਦੇ ਸੀ ਝੂਠ ਮਿਲਾਉਣ ਨੂੰ ਹਾਈ ਕੋਰਟ ਦੇ ਵਿੱਚ ਇਸ ਮੁੱਦੇ ਤੇ ਕੇਸਾਂ 'ਚ, ਤੇ 4 ਮਹੀਨੇ ਉਹ ਵੀ ਅੰਦਰ ਲਾਇਆ। ਮੈਂ ਤੁਹਾਨੂੰ ਇਹ ਕਹਿਣ ਤੋਂ ਭਾਵ ਹੈ ਇਹ ਇੱਥੇ ਸਾਰਿਆਂ ਦਾ ਇਨਸਾਫ ਹੋਣਾ। ਗੁਰੂ ਸਾਹਿਬ ਆਪ ਇਨਸਾਫ ਕਰਨਗੇ, ਪਰ ਅਸੀਂ ਮੰਗ ਕਰਦੇ ਹਾਂ ਕਿ ਇਹ ਜਿਹੜਾ ਅਲਾਇੰਸ ਹੈ ਕਾਂਗਰਸ ਢੀਂਡਸਾ ਅਲਾਇੰਸ, ਇਹ ਬੇਨਕਾਬ ਹੋਵੇ ਤੇ ਸਿੱਖ ਕੌਮ ਨੂੰ ਇਨਸਾਫ ਮਿਲੇ। ਇਸ ਵਾਸਤੇ ਸੁਪਰੀਮ ਕੋਰਟ ਦੇ ਜੱਜ ਸਾਹਿਬ ਦੀ ਇਨਕੁਆਇਰੀ ਆਰਡਰ ਕੀਤੀ ਜਾਵੇ। ਸੁਪਰੀਮ ਕੋਰਟ ਦੇ ਜੱਜ ਸਾਹਿਬ ਆਪ ਕਰਨ, ਸੁਪਰੀਮ ਕੋਰਟ ਦੇ ਜੱਜ ਸਾਹਿਬ ਆਪਦੀ ਦੇਖ-ਰੇਖ ਚ ਕਰਾਉਣ ਤੇ ਟਾਈਮ ਬਾਉਂਡ ਇਨਕੁਆਇਰੀ, ਤਾਂ ਕਿ ਸਿੱਖ ਪੰਥ ਨੂੰ ਇਸ ਮਸਲੇ ਤੇ ਇਨਸਾਫ ਮਿਲ ਸਕੇ। ਕੋਈ ਕੁਐਸਚਨਸ ਜੀ ਤੁਹਾਡੇ? ਇੱਕ ਯੂਥ ਕਾਂਗਰਸ ਵੱਲੋਂ ਵੀ 2-3 ਦਿਨਾਂ ਦੀ ਦੇਖੋ, ਉਹ ਵੀ ਬੜੇ ਉਤਾਵਲੇ ਹੈ। ਇੱਕ ਮੇਰਾ ਪੁਆਇੰਟ ਰਹਿ ਗਿਆ, ਬੜੇ ਉਤਾਵਲੇ ਹੈ ਕਿ ਸਾਡੀ ਵੀ ਕਿਤੇ ਨਾ ਕਿਤੇ ਖਬਰ ਲੱਗ ਜੇ। ਉਹ ਕੋਈ ਚੱਕਦਾ ਨਹੀਂ, ਪਰ ਉਹ ਰੋਜ਼ ਵੀਡੀਓ ਪਾ ਦਿੰਦੇ ਆ ਕਿ ਸੁਖਬੀਰ ਸਿੰਘ ਬਾਦਲ ਨੂੰ ਜੀ ਪੇਸ਼ ਹੋਣਾ ਚਾਹੀਦਾ ਅਕਾਲ ਤਖਤ ਸਾਹਿਬ। ਮੈਂ ਪੁੱਛਣਾ ਚਾਹੁੰਦਾ ਉਹਨਾਂ ਨੂੰ
ਕਿ ਉਸੇ ਪਾਰਟੀ ਦਾ DNA ਹੈ ਨਾ ਤੁਹਾਡਾ। ਰੋਜ਼ ਇਸ਼ਤਿਹਾਰ ਮਹੀਨੇ ਲਵਾ ਦਿੰਦੇ ਹੋ ਅਖਬਾਰ 'ਚ ਫੁੱਲ ਸਫੇ ਦੇ, ਜਦੋਂ ਇੰਦਰਾ ਗਾਂਧੀ ਦਾ ਜਨਮ ਦਿਨ ਹੁੰਦਾ ਜਾਂ ਜਿੱਦੇ ਉਹ ਮਰੀ ਸੀ, ਜਾਂ ਜਿੱਦੇ ਰਾਜੀਵ ਗਾਂਧੀ ਦਾ ਹੁੰਦਾ ਹੈ। ਇਹਨਾਂ ਨੇ ਤਾਂ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ ਸੀ। ਇਹ ਤੁਸੀਂ ਅੱਜ ਗੱਲ ਕਰਦੇ ਹੋ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਦੀ, ਤੇ ਆਪ ਗੱਲ ਕਰਦੇ ਹੋ ਬਿੱਟੂ ਤੁਹਾਡਾ ਪ੍ਰਧਾਨ ਰਿਹਾ, ਅਕਾਲ ਤਖਤ ਦੀ ਮਰਿਆਦਾ ਦੇ ਖਿਲਾਫ ਕੀ ਕੁਝ ਬੋਲਦਾ, ਪਹਿਲਾਂ ਉਹਨੂੰ ਤਾਂ ਸਲਾਹ ਦੇ ਦਿਓ ਜਾ ਕੇ, ਜਾਖੜ ਨੂੰ ਤਾਂ ਸਲਾਹ ਦੇ ਦਿਓ ਜਾ ਕੇ, ਪਹਿਲਾਂ ਆਪਦੇ ਘਰ 'ਚ ਆਪਦੇ ਪੀੜੇ ਥੱਲੇ ਸੋਟੀ ਮਾਰੋ, ਤਾਂ ਕਿਸੇ ਨੂੰ ਰਹਿ ਫੇਰ ਦੇਈਦੀ ਹੁੰਦੀ। ਹਾਂਜੀ, ਐਨੀ ਕੁਐਸਚਨਸ ਦੀ ਬੜੀ ਦੱਸਿਓ ਕਿ ਜਿਹੜਾ ਪੁਸ਼ਾਕ ਵਾਲਾ ਕੋਈ ਮੁੱਦਾ ਹੈ, ਹਾਂਜੀ ਇਹ ਬਾਹਰ ਕਿਉਂ ਨਹੀਂ ਆਈ? ਪਹਿਲਾਂ ਗੱਲ ਵੀ ਕਿੱਥੋਂ ਆਈ? ਉਹ ਜਿਹੜੀ ਕਨਸਪੀਰੇਸੀ ਸੀਗੀ ਉਹਨੇ ਸਵਾਲ ਕੀਤਾ, ਉਹ ਬਾਹਰ ਕਿਉਂ ਨਹੀਂ ਆਈ? ਸਾਰੀ ਗੱਲ ਚਾਹੀਦੀ ਨਹੀਂ ਬਾਹਰ ਆਈ। ਦੇਖੋ, ਇਨਵੈਸਟੀਗੇਟਿੰਗ ਏਜੰਸੀਜ਼ ਦਾ ਕੰਮ ਹੈ ਇਹ, 2007 ਤੋਂ ਅੱਜ ਤਾਈਂ ਚੱਲ ਰਿਹਾ। ਦੇਖੋ, ਇਹ ਇਸ਼ੂ ਇੱਕ ਕ੍ਰੀਏਟ ਕੀਤਾ ਗਿਆ। ਪੁਸ਼ਾਕ ਕਿਹਨੇ ਬਣਾਈ? ਉਹ ਵੇਖੋ, ਡੇਰੇ ਦੇ ਵਿੱਚ ਇਹ ਪ੍ਰੋਗਰਾਮ ਹੋਇਆ, ਡੇਰੇ ਵਾਲਿਆਂ ਨੇ, ਉਹਨੇ ਕਿਹਾ ਸ਼ਸ਼ੀਕਾਂਤ ਨੇ, ਕਹਿੰਦਾ 2.5 ਲੱਖ ਪੋਸਟਰ ਛਾਪਿਆ ਗਿਆ, ਉਦੋਂ ਵੀ ਡੇਰੇ ਵਾਲਿਆਂ ਨੇ ਪੈਸੇ ਦਿੱਤੇ, ਸਭ ਕੁਝ ਕੀਤਾ ਉਹਨਾਂ ਨੇ ਆਪ ਹੀ ਹੈ। ਇਹ ਤਾਂ ਇੱਕ ਮੁੱਦਾ, ਵੇਖੋ ਸੈਕ੍ਰਿਲੇਜ ਇੱਕ ਵੱਡਾ ਇਸ਼ੂ ਹੈ। ਆਈ ਐਮ ਨਾਟ ਸਾਈਡ ਟਰੈਕਿੰਗ, ਆਈ ਵਿਲ ਆਨਸਰ ਡਾਇਰੈਕਟਲੀ। ਚਲੋ ਮੈਂ ਹੋਰ ਜ਼ਿਆਦਾ ਸਿੱਧਾ ਪੁੱਛਾਂ। ਹਾਂ, ਪੁੱਛੋ ਜੀ। 2007 ਤੇ ਫਿਰ ਤੁਸੀਂ ਕਹਿੰਦੇ ਹੋ ਵੀ ਅਕਾਲੀ ਦਲ ਬਾਦਲ ਦੀ ਸਰਕਾਰ ਸੀ ਤੇ ਅਕਾਲੀ ਦਲ ਦੇ ਕੇਸ ਦਾ ਕੇਸ ਉਹ ਖਤਮ ਕਿਹਨੇ ਕੀਤਾ? ਕੈਂਸਲੇਸ਼ਨ ਕੋਰਟ ਕਿਹਨੇ ਦਿੱਤੀ? ਮੁੜ ਕੇ ਡਿਸਚਾਰਜ ਕਿਹਨੇ ਕਰਾਇਆ? ਮੈਂ ਸ਼ਾਇਦ ਤੁਹਾਡੇ ਨਾ ਫੈਕਟਸ ਤੁਸੀਂ ਗਲਤ ਹੋ, ਮੈਂ ਦੱਸ ਰਿਹਾ ਜੀ, ਜਵਾਬ ਤਾਂ ਦੇ ਦਿੰਦੇ ਹੋ। 2007 ਚ ਪਰਚਾ ਦਰਜ ਹੋਇਆ, ਉਹ ਇੱਕ ਟੈਕਨੀਕਲ ਗਰਾਊਂਡ ਤੇ ਪੁਲਿਸ ਨੇ ਇੱਕ ਫਾਈਲ ਕੀਤੀ ਕੋਰਟ ਦੇ ਵਿੱਚ ਕਿ ਜਿਸ ਦਿਨ ਦਾ ਇਹ ਵਾਕਿਆ ਕੰਪਲੇਂਟ ਦੇ ਵਿੱਚ ਆਇਆ, ਉਸ ਦਿਨ ਇਹ ਵਾਕਿਆ ਉਸ ਥਾਂ ਤੇ ਨਹੀਂ ਹੋਇਆ। ਉਹ ਕੇਸ ਖਤਮ ਨਹੀਂ ਹੋਇਆ ਜੀ। ਲੈਟ ਮੀ ਟੈਲ ਯੂ ਵਨ ਥਿੰਗ, ਉਸ ਸੈਸ਼ਨ ਜੱਜ ਨੇ ਪੁਲਿਸ ਦੀ ਵਰਜਨ ਨੂੰ ਐਕਸੈਪਟ ਕੀਤਾ ਸੀ। ਜਿਹੜੀ ਦੂਜੀ ਪਾਰਟੀ ਕੰਪਲੇਨੈਂਟ ਪਾਰਟੀ ਹੈ, ਉਹ ਹਾਈ ਕੋਰਟ ਦੇ ਵਿੱਚ ਗਈ ਹੋਈ ਹੈ ਤੇ ਹਾਈ ਕੋਰਟ ਦੇ ਵਿੱਚ ਇਹ ਮੈਟਰ ਹਜੇ ਪੈਂਡਿੰਗ ਹੈ। ਕੰਪਲੇਨੈਂਟ ਕੌਣ ਹੈ? ਰਜਿੰਦਰ ਸਿੱਧੂ ਐਂਡ ਹੋਰ ਹੈਗੇ 3-4 ਬੰਦੇ। ਠੀਕ ਹੈ। 2012 ਦੇ ਇਲੈਕਸ਼ਨ ਤੋਂ ਪਹਿਲਾਂ ਪੰਜਾਬ ਪੁਲਿਸ ਉੱਤੇ ਕੈਂਸਲੇਸ਼ਨ ਕੋਲ ਦਿੰਦੀ ਹੈ। ਇਹ ਐਵਰੀਥਿੰਗ ਹੈਜ਼ ਬੀਨ ਪੁੱਟ ਇਨ ਦੀ। ਆਈ ਹੈਵ ਦ ਡੇਟਲਾਈਨ ਵਿਦ ਮੀ ਜੀ। ਜਦੋਂ ਜਦ ਕਿ ਉਹਨੂੰ ਕਦੇ ਪੰਜਾਬ ਗਵਰਨਮੈਂਟ ਨੇ ਜਾਂ ਅਕਾਲੀ ਦਲ ਨੇ ਉਹਨੂੰ ਉਸ ਗੱਲ ਨੂੰ ਕਦੇ ਕੰਟਰਾਡਿਕਟ ਵੀ ਨਹੀਂ ਕੀਤਾ। ਕਿਸ ਗੱਲ ਨੂੰ ਜੀ? ਤੇ ਉਹ ਕੈਂਸਲੇਸ਼ਨ ਕੋਡ ਜਿਹੜੀ ਦਿੱਤੀ ਹੈ। ਤੁਸੀਂ ਸ਼ਾਇਦ ਇਹ ਨਹੀਂ ਪੜਿਆ ਜੀ, ਤੁਸੀਂ ਕੈਂਸਲੇਸ਼ਨ ਰਿਪੋਰਟ ਤਾਂ ਦੇਖ ਲਿਆ ਕਿ ਦਿੱਤੀ ਹੈ। ਕੈਂਸਲੇਸ਼ਨ ਰਿਪੋਰਟ ਕਿਸ ਬਣਾ ਤੇ ਦਿੱਤੀ ਹੈ? ਹਾਂ, ਦੱਸੋ ਦੱਸੋ। ਜਿਸ ਡੇਟ ਦਾ ਵਾਕਿਆ ਕਿਹਾ ਗਿਆ ਕਿ ਸਲਾਬਤਪੁਰੇ ਇਸ ਦਿਨ ਨੂੰ ਇਹ ਵਾਕਿਆ ਹੋਇਆ, ਉਸ ਦਿਨ ਨੂੰ ਉੱਥੇ ਕੋਈ ਪ੍ਰੋਗਰਾਮ ਹੀ ਨਹੀਂ ਹੋਇਆ। ਸੋ ਦ ਕੰਪਲੇਂਟ ਦੇ ਵਿੱਚ ਇੱਕ ਟੈਕਨੀਕਲ ਫਲॉ ਸੀ।